ਸਵਰਨਵੀਰ ਸਿੰਘ ਆਪ ਸਾਰਿਆਂ ਜੀ ਦਾ 5K ਬ੍ਰੌਡਕਾਸਟਿੰਗ ਦੇ ਵਿੱਚ ਵੈਲਕਮ ਕਰਦਾ ਹਾਂ। ਅੱਜ ਜਿਸ ਮੁੱਦੇ ਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਮੁੱਦਾ ਅਸੀਂ ਪਿਛਲੇ 3-4 ਦਿਨਾਂ ਤੋਂ ਜਾਂ ਇੰਜ ਕਹਿ ਲਈਏ ਪਿਛਲੇ 1-2 ਹਫ਼ਤੇ ਤੋਂ ਇਨਫੈਕਟ ਅਸੀਂ ਛੇੜਿਆ ਹੋਇਆ ਵੇ। ਉਹ ਮੁੱਦਾ ਹੈ ਕਿ ਜਿਹੜਾ ਦਿੱਲੀ ਦੇ ਵਿੱਚ ਇੱਕ ਗੈਰ ਸਿੱਖ ਨੂੰ ਸਿੱਖਾਂ ਦਾ ਲੀਡਰ ਥਾਪ ਦੇਣਾ। ਹਾਲਾਂਕਿ ਸਾਡੀ ਜਦੋਂ ਰਿਪੋਰਟ ਆਈ ਸੀ ਤਾਂ ਕੁਝ ਲੋਕਾਂ ਨੇ ਵਿਰੋਧ ਕੀਤਾ ਸੀਗਾ, ਲੇਕਿਨ ਵਿਰੋਧ ਕਰਨ ਤੋਂ ਬਾਅਦ ਜਦੋਂ ਸਾਡੀ ਬੁਨਿਆਦ ਸਾਡੀ ਰਿਪੋਰਟ ਦੀ ਠੀਕ ਸੀ ਤਾਂ ਉਸ ਬੀਬੀ ਰਣਜੀਤ ਕੌਰ ਜੋ ਕਿ ਗੈਰ ਸਿੱਖ ਸੀ, ਨਾਮਧਾਰੀ ਸੀ, ਜਿਹਨੂੰ ਕਿ ਪ੍ਰਧਾਨ ਬਣਾਇਆ ਗਿਆ ਸੀ ਕਿ ਦਿੱਲੀ ਚ ਸਿੱਖਾਂ ਦਾ, ਉਹਨਾਂ ਨੇ ਸਟੈਪ ਡਾਊਨ ਕਰ ਲਿਆ ਔਰ ਉਸ ਤੋਂ ਬਾਅਦ ਫਿਰ ਸਿਰਸਾ ਸਾਹਿਬ ਆਪਣੀ ਪੋਜੀਸ਼ਨ ਤੇ ਆ ਗਏ। ਲੇਕਿਨ ਇਸ ਪੋਜੀਸ਼ਨ ਤੇ ਇਹ ਸਾਰੀਆਂ ਚੇਂਜ ਹੋਣ ਤੋਂ ਬਾਅਦ ਜਿਹੜੀ ਬਿਆਨਬਾਜ਼ੀ ਸੀ ਉਹ ਹਲੇ ਵੀ ਚਲਦੀ ਰਹੀ, ਜਿੱਥੇ ਬੀਬੀ ਰਣਜੀਤ ਕੌਰ ਬਾਰ-ਬਾਰ ਇਹ ਸਾਬਿਤ ਕਰਨ ਤੇ ਤੁਲੇ ਹੋਏ ਸਨ ਕਿ ਮੈਂ ਨਾਮਧਾਰੀ ਨਹੀਂ ਹਾਂ, ਯਾਨੀ ਕਿ ਉਹ ਨਾਮਧਾਰੀ ਨਹੀਂ ਨੇ। ਉਹ ਲੇਕਿਨ ਆਪਣੀ ਗੱਲਾਂ ਦੇ ਵਿੱਚ ਉਹ ਮੰਨ ਵੀ ਰਹੇ ਸਨ ਕਿ ਅਗਰ ਨਾਮਧਾਰੀਆਂ ਨਾਲ ਇੰਨਾ ਹੀ ਸਾਨੂੰ ਗੁਰੇਜ਼ ਹੈ ਤੇ ਫਿਰ ਸਾਡੇ ਕੋਲ ਵੋਟ ਮੰਗਣ ਕਿਉਂ ਆਉਂਦੇ। ਜਿੱਥੇ ਉਹਨਾਂ ਨੇ ਕਿਹਾ ਸੀ ਸਾਡੇ ਕੋਲ ਵੋਟ ਮੰਗਣ ਕਿਉਂ ਆਉਂਦੇ, ਤਾਂ ਗੱਲ ਕਲੀਅਰ ਹੈ ਕਿ ਉਹ ਆਪਣੇ ਆਪ ਨੂੰ ਹਲੇ ਵੀ ਨਾਮਧਾਰੀ ਮੰਨਦੇ ਨੇ। ਕੁਝ ਹੋਰ ਵੀ ਖੁਲਾਸੇ ਹੋਏ ਨੇ, ਉਹਨਾਂ ਦੀਆਂ ਕੁਝ ਪਿਕਚਰਸ ਸਾਡੇ ਸਾਹਮਣੇ ਆਏ ਨੇ ਜਿੱਥੇ ਉਹ ਨਾਮਧਾਰੀਆਂ ਦੇ ਨਾਲ ਖੜੇ ਨੇ। ਇੱਕ ਉਹਨਾਂ ਦੀ ਫੈਮਿਲੀ ਦੀ ਪਿਕਚਰ ਵੀ ਹੈ, ਪ੍ਰਾਈਵੇਟ ਪਿਕਚਰ ਵੀ ਹੈ, ਜਿਸ ਤੇ ਉਹਨਾਂ ਦੀ ਫੇਸਬੁੱਕ ਤੋਂ ਅਸੀਂ ਲਈਏ ਉੱਥੇ ਜਿਹੜੇ ਕਮੈਂਟਸ ਹਨ ਉਹ ਕਲੀਅਰਲੀ ਸ਼ੋ ਕਰ ਰਹੇ ਸਨ ਕਿ ਉਹ ਨਾਮਧਾਰੀਆਂ ਨੂੰ ਹੀ ਬਿਲੋਂਗ ਕਰਦੇ ਨੇ। ਖੈਰ ਇਹ ਇੰਟਰੋਡਕਸ਼ਨ ਬੜੀ ਲੰਬੀ ਹੋ ਜਾਏਗੀ, ਅਸੀਂ ਇਸ ਸਾਰੇ ਮੁੱਦੇ ਤੇ ਵਿਚਾਰ ਕਰਾਂਗੇ। ਕਿਉਂ ਇੱਕ ਗੈਰ ਸਿੱਖ ਸਿੱਖਾਂ ਨੂੰ ਲੀਡ ਨਹੀਂ ਕਰ ਸਕਦਾ, ਸਿੱਖਾਂ ਨੂੰ ਲੀਡ ਕਰਨ ਵਾਲੇ ਕਿਹੜੇ ਗੁਣ ਨੇ, ਕਿਹੜੀਆਂ ਚੀਜ਼ਾਂ ਜਿਹੜੀਆਂ ਹੋਣੀ ਚਾਹੀਦੀਆਂ ਨੇ ਉਹ ਇੱਕ ਇਨਸਾਨ ਦੇ ਵਿੱਚ ਹੋਣ ਤਾਂ ਕਿ ਉਹ ਸਿੱਖ ਨੂੰ ਲੀਡ ਕਰ ਸਕੇ। ਇਹ ਕਿਹੜੀਆਂ ਚੀਜ਼ਾਂ ਨੇ, ਕਿਹੜੇ ਕਾਨੂੰਨ ਨੇ, ਕਿਹੜੀ ਰਹਿਤ ਮਰਿਆਦਾ ਦੀ ਗੱਲ ਅਸੀਂ ਕਰ ਰਹੇ ਹਾਂ ਜਾਂ ਜਿਹੜੇ ਸਾਡੇ ਵੱਡੇ ਵਡੇਰੇ ਸਾਡੇ ਨਾਲ ਕਰ ਚੁੱਕੇ ਨੇ, ਜਿੱਥੇ ਅਸੀਂ ਪਹਿਰਾ ਦੇਣਾ ਸੀ ਔਰ ਅਸੀਂ ਹਾਲੇ ਤੱਕ ਨਹੀਂ ਦੇ ਪਾ ਰਹੇ ਹਾਂ। ਇਸ ਸਾਰੇ ਮੁੱਦੇ ਤੇ ਗੱਲ ਕਰਾਂਗੇ ਔਰ ਇਸ ਮੁੱਦੇ ਤੇ ਗੱਲ ਕਰਨ ਵਾਸਤੇ ਸਾਡੇ ਨਾਲ ਮੌਜੂਦ ਨੇ ਵੀਰ ਕੁਲਜੀਤ ਸਿੰਘ ਜੀ, ਐਡਵੋਕੇਟ ਨੇ ਦਿੱਲੀ ਤੋਂ, ਔਰ ਹਮੇਸ਼ਾ ਦੀ ਤਰ੍ਹਾਂ ਵੀਰ ਕਵਲਪਾਲ ਸਿੰਘ ਜੀ ਕਾਨਪੁਰ ਤੋਂ, ਜਿਹੜੇ ਕਿ ਹਮੇਸ਼ਾ ਸਾਨੂੰ ਗੁਰਮਤ ਦੇ ਚਾਨਣ ਦੇ ਵਿੱਚ ਸਾਰੀਆਂ ਗੱਲਾਂ ਨੂੰ ਸਮਝਾਉਂਦੇ ਨੇ, ਹਰ ਮੁੱਦੇ ਨੂੰ ਸਮਝਾਉਂਦੇ ਨੇ। ਸੋ ਸਭ ਤੋਂ ਪਹਿਲਾਂ ਅਸੀਂ ਵੀਰ ਕੁਲਜੀਤ ਸਿੰਘ ਜੀ ਤੋਂ ਅਸੀਂ ਸ਼ੁਰੂ ਕਰਾਂਗੇ। ਕੁਲਜੀਤ ਵੀਰ ਜੀ, ਇਹ ਜਿਹੜਾ ਸਾਰਾ ਮੁੱਦਾ ਵੇ ਤੁਸੀਂ ਵੇਖਿਆ ਵੇ, ਤੁਹਾਡੇ ਦਿੱਲੀ ਸ਼ਹਿਰ ਦਾ ਹੀ ਹੈ, ਇਹ ਜਿਹੜਾ ਦਿੱਲੀ ਐਕਟ ਹੈ, ਗੁਰਦੁਆਰਾ ਐਕਟ, ਉਹ ਇਸ ਮੁੱਦੇ ਤੇ ਕੀ ਕਹਿੰਦਾ ਵੇ? ਕਿਉਂ ਅਸੀਂ ਹਾਲੇ ਤੱਕ ਖਾਮੋਸ਼ ਹਾਂ? ਕੀ ਸਾਡਾ ਬੋਲਣਾ ਜਾਇਜ਼ ਹੈ ਜਾਂ ਨਾ ਜਾਇਜ਼ ਹੈ? ਕੁਲਜੀਤ ਵੀਰ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਸਭ ਤੋਂ ਪਹਿਲੇ ਇੱਕ ਗੱਲ ਸਮਝਣੀ ਪਏਗੀ ਕਿ ਵੋਟਰ ਦੀ ਕੁਆਲੀਫਿਕੇਸ਼ਨ ਕੀ ਹੈ, ਉਹ ਕਿਸ ਕੁਆਲੀਫਿਕੇਸ਼ਨ ਦੇ ਅੰਡਰ ਵੋਟ ਕਰ ਸਕਦਾ ਹੈ। ਦੂਸਰਾ ਜਿਹੜਾ ਮੈਂਬਰ ਇਲੈਕਸ਼ਨ ਕੰਟੈਸਟ ਕਰਦਾ ਹੈ ਉਹਦੀ ਕੁਆਲੀਫਿਕੇਸ਼ਨ ਕੀ ਹੈ। ਇਹ ਦੋਨੋਂ ਕੁਆਲੀਫਿਕੇਸ਼ਨ ਦਿੱਲੀ ਸਿੱਖ ਐਕਟ ਦੇ ਅੰਦਰ ਬੜੀ ਖੂਬਸੂਰਤੀ ਨਾਲ ਲਿਖੀ ਗਈ ਹੈ, ਸੈਕਸ਼ਨ 8 ਔਰ ਸੈਕਸ਼ਨ 10 ਦੇ ਅੰਦਰ। ਸੈਕਸ਼ਨ 8 ਕਹਿੰਦਾ ਹੈ ਕਿ ਜਿਹੜਾ ਵੋਟਰ ਹੈ, ਜਿਹੜਾ ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਦੇ ਵੋਟਿੰਗ ਦਾ ਜਿਹੜਾ ਵੋਟਰ ਹੈ ਉਹ ਵੋਟ ਕਾਸਟ ਕਰੇਗਾ, ਕੌਣ ਕਰੇਗਾ? ਉਹ ਸਿੱਖ ਹੋਣਾ ਚਾਹੀਦਾ ਹੈ। ਦੂਸਰਾ ਉਹ ਦਿੱਲੀ ਦਾ ਸ਼ਹਿਰੀ ਹੋਣਾ ਚਾਹੀਦਾ ਹੈ। ਤੀਸਰਾ ਨॉन ਐਲਕੋਹਲਿਕ ਹੋਣਾ ਚਾਹੀਦਾ ਹੈ। ਤੇ यानी कि अगर छोटी गल करिए तो बजर कुरैती नहीं होना चाहिए। बजर कुरैती जी। ਤੇ ਦੂਸਰਾ ਜਿਹੜਾ ਮੈਂਬਰ ਦੇ ਇਲੈਕਸ਼ਨ ਕੰਟੈਸਟ ਕਰਦਾ ਹੈ, ਜਿਸ ਨੇ ਇਲੈਕਸ਼ਨ ਕੰਟੈਸਟ ਕਰਦੇ ਨੇ, ਉਹਦੀ ਮਿਨੀਮਮ ਕੁਆਲੀਫਿਕੇਸ਼ਨ ਵੋਟਰ ਵਾਲੀ ਤੇ ਹੋਣੀ ਚਾਹੀਦੀ ਹੈ। ਉਹਦੇ ਇਲਾਵਾ ਹੋਰ ਕੁਆਲੀਫਿਕੇਸ਼ਨ ਨੇ ਕਿ ਉਹ ਸਭ ਤੋਂ ਪਹਿਲੇ ਅੰਮ੍ਰਿਤਧਾਰੀ ਹੋਣਾ ਚਾਹੀਦਾ ਹੈ, ਉਹਨੂੰ ਪੰਜਾਬੀ ਲਿਖਣੀ ਬੋਲਣੀ ਆਣੀ ਚਾਹੀਦੀ ਹੈ, ਉਹ ਕਿਸੇ ਵੀ ਗੁਰਦੁਆਰੇ ਦਾ ਜਾਂ ਲੋਕਲ ਗੁਰਦੁਆਰੇ ਦਾ ਇੰਪਲੋਈ ਨਹੀਂ ਹੋਣਾ ਚਾਹੀਦਾ, ਉਹਦੇ ਖਿਲਾਫ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕ੍ਰਿਮੀਨਲ ਪ੍ਰੋਸੀਡਿੰਗਸ ਨਹੀਂ ਹੋਣੀ ਚਾਹੀਦੀ। ਇਹ ਮਿਨੀਮਮ ਕੁਆਲੀਫਿਕੇਸ਼ਨ ਹੈ ਵੋਟਰ ਦੀ ਤੇ ਮਿਨੀਮਮ ਕੁਆਲੀਫਿਕੇਸ਼ਨ ਹੈ ਮੈਂਬਰ ਦੀ, ਜਿਹਨੇ ਇਲੈਕਸ਼ਨ ਕੰਟੈਸਟ ਕਰਨਾ ਹੈ ਐਸ ਪਰ ਦਾ ਐਕਟ। ਜੀ, ਇੱਥੇ ਵੀ ਜੀ ਅਸੀਂ ਇੱਕ ਗੱਲ ਹੋਰ ਤੁਹਾਡੇ ਨਾਲ ਜਾਣਨਾ ਚਾਹਾਂਗੇ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਇੰਪਲੋਈ ਭਾਵੇਂ ਕਿਸੇ ਰੂਪ ਵਿੱਚ ਹੋਵੇ, ਕਿ ਉਹ ਮੈਂਬਰ ਜਾਂ ਮੈਂਬਰ ਬਣ ਸਕਦਾ ਜਾਂ ਇਲੈਕਸ਼ਨ ਲੜ ਸਕਦਾ ਹੈ? देखो भाई जी, एज पर एक्ट दिल्ली कमेटी का जो कोई भी इंप्लॉय है, गुरुद्वारे का इंप्लॉय है, एज पर एक्ट वो बार्ड है, वो इलेक्शन कंटेस्ट नहीं कर सकता। राइट। अच्छा जी ਵੀਰ ਜੀ, ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਜੋ ਬੀਬੀ ਰਣਜੀਤ ਕੌਰ ਨੇ ਉਹ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਇੰਪਲਾਈ ਨੇ। ਪਹਿਲਾਂ ਉਹ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਇੰਪਲਾਈ ਸਨ, ਫਿਰ ਉਹ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਇੰਪਲਾਈ ਬਣੇ ਨੇ, ਔਰ ਹਲੇ ਵੀ ਜੋ ਸਾਨੂੰ ਸੂਤਰਾਂ ਤੋਂ ਖਬਰਾਂ ਮਿਲੀਆਂ ਨੇ, ਹਲੇ ਵੀ ਉਹਨਾਂ ਨੂੰ ਉੱਥੋਂ ਤਨਖਾਹ ਮਿਲਦੀ ਪਈ ਹੈ। ਔਰ ਅਕੋਰਡਿੰਗ ਟੂ ਐਕਟ ਜਿਹੜਾ ਮੈਂਬਰ ਹੈ ਜਾਂ ਉੱਥੋਂ ਦਾ ਜਿਹੜਾ ਲੀਡਰ ਹੈ, ਜੋ ਸਾਡੇ ਲੀਡਰ ਨੇ, ਉਹ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ ਕਿਸੇ ਵੀ ਤਰੀਕੇ ਦੇ ਨਾਲ ਪੈਸੇ ਡਰਾ ਨਹੀਂ ਕਰ ਸਕਦੇ। ਅਸੀਂ ਹੁਣ ਚੱਲਾਂਗੇ ਵੀਰ ਕਵਲਪਾਲ ਵੀਰ ਜੀ ਤੋਂ। ਕਵਲਪਾਲ ਵੀਰ ਜੀ, ਤੁਸੀਂ ਇੱਕ ਗੱਲ ਸਾਨੂੰ ਰਹਿਤ ਮਰਿਆਦਾ ਦੇ ਅਕੋਰਡਿੰਗਲੀ ਦੱਸੋ। ਇਹਨਾਂ ਨੇ ਦਿੱਲੀ ਐਕਟ ਦੇ ਮੁਤਾਬਿਕ ਦੱਸੀ ਹੈ ਕਿ ਸਿੱਖ ਦੀ ਪਰਿਭਾਸ਼ਾ ਕੀ ਹੈ, ਕਿਉਂਕਿ ਇਹ ਆਪਣੇ ਆਪ ਨੂੰ ਸਿੱਖ ਕਹਿ ਰਹੇ ਨੇ, ਔਰ ਅਗਰ ਅਸੀਂ ਸਰਚ ਕਰੀਏ ਔਰ ਇਹ ਆਪਣੇ ਆਪ ਨੂੰ ਮੇਨ ਸਟ੍ਰੀਮ ਤੋਂ ਅੱਡ ਮੰਨਦੇ ਨੇ, ਮੇਨ ਸਿੱਖ ਸਟ੍ਰੀਮ ਤੋਂ ਅੱਡ ਮੰਨਦੇ ਨੇ।
ਆਪਣੇ ਗੁਰੂ ਵੀ ਇਹਨਾਂ ਦੇ ਜਿਹੜੇ ਹੈਗੇ ਨੇ ਹਾਲੇ ਤੱਕ ਉਹ ਦੇਹਧਾਰੀ ਗੁਰੂ ਨੂੰ ਮੰਨਦੇ ਨੇ। ਇਹਨਾਂ ਦੇ ਵਿਆਹ ਕਰਨ ਦੇ ਰੀਤੀ ਰਿਵਾਜ, ਇਹਨਾਂ ਦੇ ਬਾਕੀ ਜਿਹੜੇ ਰੀਤੀ ਰਿਵਾਜ ਨੇ ਸਿੱਖਾਂ ਤੋਂ ਜੁਦਾ ਨੇ, ਅਲੱਗਾ ਨੇ। ਸੋ ਸਿੱਖ ਰਹਿਤ ਮਰਿਆਦਾ ਦੇ ਅਕੋਰਡਿੰਗਲੀ ਸਿੱਖ ਦੀ ਪਰਿਭਾਸ਼ਾ ਕੀ ਹੈ, ਤੇ ਕੀ ਇਹ ਜਿਹੜੇ ਸੈਕਟ ਹੈ ਇਹ ਸਿੱਖ ਰਹਿਤ ਮਰਿਆਦਾ ਦੇ ਵਿੱਚ ਆਉਂਦਾ ਹੈ ਜਾਂ ਨਹੀਂ ਆਉਂਦਾ? ਸਭ ਤੋਂ ਪਹਿਲਾਂ ਤੇ ਕੁਲਜੀਤ ਵੀਰ ਜੀ ਤੇ ਸਵਰਨਵੀਰ ਵੀਰ ਜੀ ਤੇ ਸੁਣ ਰਹੇ ਸਾਰੇ ਹੀ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਮੈਂ ਆਪ ਜੀ ਦੀ ਪਿਛਲੀ ਦੋਨੋਂ ਵੀਡੀਓਜ਼ ਇਸ ਵਿਸ਼ੇ ਤੇ ਆਪ ਜੀ ਨੇ ਪਾਈਆਂ ਸਨ, ਉਹਨੂੰ ਸੁਣਿਆ ਤੇ ਬਾਅਦ ਨੂੰ ਇੱਕ ਜਿਹੜਾ ਬਿਆਨ ਬੀਬੀ ਰਣਜੀਤ ਕੌਰ ਜੀ ਵੱਲੋਂ ਆਇਆ ਉਹ ਵੀ ਸੁਣਿਆ। ਤੇ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਵੀ ਵਧਾਈ ਦਿਆਂ ਤੇ ਕਿ ਬਈ ਜਿਸ ਬੀਬੀ ਨੇ ਹੁਣ ਤੱਕ ਅੰਮ੍ਰਿਤ ਨਹੀਂ ਛਕਿਆ ਸੀ, ਉਹ ਕਹਿ ਰਹੇ ਸਨ ਛਕਿਆ, ਪਰ ਦੁਬਾਰਾ ਸ਼ਾਇਦ ਉਹਨਾਂ ਨੇ ਛਕ ਲਿਆ, ਤੇ ਉਹ ਵੀ ਵਧਾਈ ਦੇ ਪਾਤਰ ਹਨ। ਤੇ ਪਰ ਅੰਮ੍ਰਿਤ ਛਕਿਆ ਉਸਦਾ ਇੰਟੈਂਸ਼ਨ ਕੀ ਹੈ? ਸਿਰਫ ਪ੍ਰਧਾਨ ਬਣਨ ਵਾਸਤੇ ਅੰਮ੍ਰਿਤ ਛਕਿਆ ਜਾਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਅੰਮ੍ਰਿਤ ਛਕਿਆ? ਸੋ ਸਭ ਤੋਂ ਪਹਿਲੇ ਅਸੀਂ ਜੋ ਤੁਹਾਡਾ ਸਵਾਲ ਹੈ ਉਸ ਤੇ ਆਈਏ ਕਿ ਸਿੱਖ ਦੀ ਪਰਿਭਾਸ਼ਾ ਕੀ ਹੈ। ਸਿੱਖ ਦੀ ਪਰਿਭਾਸ਼ਾ ਸਿੱਖ ਰਹਿਤ ਮਰਿਆਦਾ ਤੇ ਸਿੱਖ ਦੀ ਤਾਰੀਫ ਦੇ ਹੇਠ ਲਿਖੇ ਬਿਲਕੁਲ ਸਪਸ਼ਟ ਹੈ ਕਿ ਸਿੱਖ ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, 10 ਗੁਰੂ ਸਾਹਿਬਾਨ, ਇੱਥੇ ਨੋਟ ਕਰੋ 10 ਗੁਰੂ ਸਾਹਿਬਾਨ, ਫਿਰ ਅੱਗੇ ਬ੍ਰੈਕਟ ਵਿੱਚ 10 ਦਾ ਇਸ ਤਰ੍ਹਾਂ ਜ਼ਿਕਰ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਜੀ। ਇਹ ਬ੍ਰੈਕਟ ਕਲੋਜ਼ ਹੈ ਤੇ ਆਂਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ 10 ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਸੋ ਸਿੱਖ ਹੋਣ ਦਾ ਪਹਿਲਾ ਕੰਡੀਸ਼ਨ ਇਹ ਹੈ ਕਿ ਉਹ 10 ਗੁਰੂ ਸਾਹਿਬਾਨਾਂ, ਗੁਰੂ ਗ੍ਰੰਥ ਸਾਹਿਬ ਤੇ ਹੋਰ ਜੋ ਗੁਰੂ ਸਾਹਿਬ ਦੇ ਜੀਵਨ ਤੋਂ ਸਿੱਖਿਆਵਾਂ ਮਿਲਦੀਆਂ ਨੇ ਉਸ ਤੋਂ ਛੁੱਟ ਕਿਸੇ ਹੋਰ ਉੱਤੇ ਨਿਸ਼ਚਾ ਨਹੀਂ ਰੱਖਦਾ, ਉਹ ਸਿੱਖ ਹੈ। ਹੁਣ ਇਹਦੇ ਅੱਗੇ ਸਿੱਖ ਰਹਿਤ ਮਰਿਆਦਾ ਵਿੱਚ ਵੀਰ ਜੀ ਗੁਰਮਤ ਦੀ ਰਹਿਣੀ ਆਂਦੀ ਹੈ, ਉਸ ਵਿੱਚ ਵੀ 3-4 ਪੁਆਇੰਟਸ ਬਿਲਕੁਲ ਸਪਸ਼ਟ ਮਿਲ ਜਾਣਗੇ ਜੋ ਤੁਹਾਨੂੰ ਕਲੀਅਰ ਕਰ ਦਾਂਗੇ ਕਿ ਸਿੱਖ ਦਾ ਜੀਵਨ ਹੋਏ ਕਿਸ ਤਰ੍ਹਾਂ ਦਾ। ਜਿਵੇਂ ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਨੀ, ਰਾਈਟ। ਦੂਜਾ ਪੁਆਇੰਟ, ਆਪਣੀ ਮੁਕਤੀ ਦਾ ਦਾਤਾ ਤੇ ਇਸ਼ਟ ਕੇਵਲ 10 ਗੁਰੂ ਸਾਹਿਬਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ 10 ਗੁਰੂ ਸਾਹਿਬਾਨਾਂ ਦੀਆਂ ਬਾਣੀ ਨੂੰ ਮੰਨਣਾ। ਆਪਣੀ ਮੁਕਤੀ ਦਾ ਦਾਤਾ ਕੇਵਲ ਤੇ ਕੇਵਲ 10 ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨਣਾ। ਤੇ ਹੁਣ ਇਥੋਂ ਦੀ ਜਦੋਂ ਅਸੀਂ ਇਹਨਾਂ ਦੀ ਅਰਦਾਸ ਦੇਖੀਏ ਤਾਂ ਉਸ ਅਰਦਾਸ ਵਿੱਚ ਤਾਂ ਇਹ 10 ਗੁਰੂ ਸਾਹਿਬਾਨ ਦੇ ਬਾਅਦ 11, 12, 13, 14 ਹੋਰ ਲੈ ਜਾ ਰਹੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦਾ ਜ਼ਿਕਰ ਹੈ ਕਿ ਨਹੀਂ ਹੈ? ਮੈਂ ਇੱਥੇ ਰੁਕਾਂਗਾ। ਜਿਨ੍ਹਾਂ ਨੇ ਅਗਰ ਅਰਦਾਸ ਨਹੀਂ ਸੁਣੀ, ਅਸੀਂ ਪਹਿਲਾਂ ਲਗਾਈ ਸੀ, ਉਹ ਅਸੀਂ ਉਹਨਾਂ ਨੂੰ ਅਰਦਾਸ 1.5 ਮਿੰਟ ਦੀ ਅਰਦਾਸ ਹੈ ਇਹਨਾਂ ਦੀ ਨਾਮਧਾਰੀ ਦੀ, ਅਸੀਂ ਦੁਬਾਰਾ ਦਿਖਾ ਦਿੰਦੇ ਹਾਂ ਤਾਂ ਕਿ ਅਸੀਂ ਅੱਗੇ ਚੱਲ ਸਕੀਏ। ਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ 12ਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰਾਓ, ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਆ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ, ਘਰ ਨੌ ਨਿਧਿ ਆਵੈ ਧਾਇ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਏ ਸਹਾਇ। ਸ੍ਰੀ ਸਤਿਗੁਰੂ ਬਾਲਕ ਸਿੰਘ ਸਿਮਰਿਆ, ਮਾਰਗ ਦੀਆ ਬਤਾਏ। ਅਕਾਲ ਪੁਰਖ ਅੰਤਰਯਾਮੀ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਜਮ ਤੋਂ ਲੀਆ ਛਡਾਏ। ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਸਿਮਰਿਆ, ਟੁੱਟੀ ਲਈ ਮਿਲਾਏ। ਅਟਲ ਪ੍ਰਤਾਪੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸਿਮਰਿਆ, ਸੁੱਚ ਸੋਧ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰਿਆ, ਜਨਮ ਮਰਨ ਦੁਖ ਜਾਏ। ਹਾਜ਼ਰਾ ਹਜ਼ੂਰ ਪੈਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈਂ ਹੋ ਸਹਾਇ। ਗੁਰੂ ਜੀ ਕੇ 4 ਸਾਹਿਬਜ਼ਾਦੇ, 5 ਪਿਆਰੇ, 40 ਮੁਕਤੇ ਬੇਅੰਤ ਸ਼ਹੀਦਾਂ ਦੀ ਕਮਾਈ ਵੱਲ ਧਿਆਨ ਧਰ ਕੇ ਆਪ ਜੀ ਦਾ ਪਵਿੱਤਰ ਨਾਮ ਚੇਤਾਵੇ। ਸਤਿਗੁਰੂ ਜੀ ਪਾਤਸ਼ਾਹ, ਅਸੀਂ ਸਦਾ ਹੀ ਭੁੱਲਣਹਾਰ ਜੀਵ ਹਾਂ, ਆਪ ਸਦਾ ਬਖਸ਼ਿੰਦ ਪਿਤਾ ਹੋ ਦਰੋਂ। ਕਰੋ ਸਿੱਖੀ ਸਿਦਕ ਬਖਸ਼, ਬੇਮੁਖ ਹੋ ਕੇ ਨਾ ਮਰੀਏ। ਪਾਤਸ਼ਾਹ ਧਰਤੀ ਤੇ ਧਰਮ ਵਰਤਾਓ, ਕੁੱਲ ਸ੍ਰਿਸ਼ਟੀ ਆਪ ਜੀ ਦਾ ਨਾਮ ਜਪੇ। ਕੋਈ ਦੁਖੀਆ ਰਹੀ ਨਾ ਸਤਿਗੁਰੂ ਜੀ, ਗਊ ਤੇ ਗਰੀਬ ਦੇ ਕਸ਼ਟ ਨੂੰ ਦੂਰ ਕਰੋ। ਮਹਾਮਲੀਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਪ੍ਰਾਰਥਨਾ ਆਪ ਜੀ ਦੇ ਚਰਨਾਂ ਵਿੱਚ, ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ।
ਦੀਨਾ ਬੰਧੂ ਗਰੀਬ ਨਵਾਜ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਆਪ ਦੀਆਂ ਪਿਆਰੀਆਂ ਸੰਗਤਾਂ ਅੰਮ੍ਰਿਤ ਵੇਲੇ ਇਕੱਤਰ ਹੋ ਕੇ ਧੂਪ ਦੀਪ ਕੁੰਭ ਸੰਯੁਕਤ ਸਮੱਗਰੀ ਸਹਿਤ ਸੱਚੇ ਪਾਤਸ਼ਾਹ ਆਪ ਜੀ ਦੇ ਪਾਵਨ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀਆਂ ਨੇ। ਮਨ ਦੀ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੁਸੀਂ ਸਾਰਿਆਂ ਨੇ ਅਰਦਾਸ ਸੁਣੀ ਤੇ ਕਵਲਪਾਲ ਵੀਰ ਜੀ ਤੁਸੀਂ ਹੁਣ ਕੰਟੀਨਿਊ ਕਰੋ ਪਲੀਜ਼, ਕੀ ਅਰਦਾਸ ਬਾਰੇ ਤੁਸੀਂ ਕਹਿ ਰਹੇ ਸੀਗੇ? ਖੈਰ ਅਰਦਾਸ ਦੀ ਗੱਲ ਤਾਂ ਹੋ ਗਈ ਕਿ ਬਈ 10 ਗੁਰੂ ਸਾਹਿਬਾਨਾਂ ਉੱਤੇ ਹੀ ਨਿਸ਼ਚਾ ਨਹੀਂ ਹੈ, ਇਹਨਾਂ ਦਾ ਹੋਰਾਂ ਉੱਤੇ ਵੀ ਨਿਸ਼ਚਾ ਹੈ। ਤੇ ਉਸ ਨੂੰ ਲੈ ਕੇ ਇਹਨਾਂ ਨੇ ਜਿਹੜੀ ਕਹਾਣੀ ਗੜੀ ਹੋਈ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜੀਵਨ ਜਿਹੜਾ ਹੈ ਉਹ 1708 ਵਿੱਚ ਨਹੀਂ ਉਹ ਜੋਤੀ ਜੋਤ ਸਮਾਏ, ਸਗੋਂ ਉਹ ਹੋਰ 70 80 ਜਾਂ 90 ਸਾਲ ਹੋਰ ਜੀਏ ਨੇ। ਇਸ ਦੇ ਸਰੋਤ ਕੀ ਨੇ? ਕੁਛ ਨਹੀਂ। ਹੁਣ ਬੀਬੀ ਜੀ ਤੋਂ ਮੈਂ ਇਹ ਪੁੱਛਣਾ ਚਾਹਾਂਗਾ, ਜਦੋਂ ਬੀਬੀ ਜੀ ਇਹ ਕਹਿੰਦੇ ਨੇ ਕਿ ਮੈਂ ਦਿੱਲੀ ਗੁਰਦੁਆਰਾ ਕਮੇਟੀ ਵਿੱਚ ਸੇਵਾ ਕਰਨਾ ਚਾਹੁੰਦੀ ਹਾਂ ਐਜ਼ ਅ ਅੰਮ੍ਰਿਤਧਾਰੀ ਸਿੱਖ, ਤੇ ਕੀ ਉਹ ਇਹ ਬਿਆਨ ਜਾਰੀ ਕਰਨਗੇ ਕਿ ਜਿੰਨੇ ਵੀ ਉਹਨਾਂ ਨੂੰ ਮੰਨਣ ਵਾਲੇ ਹਨ, ਉਹ ਭਾਵੇਂ ਇੱਕ ਅੱਛਾ ਇਨਸਾਨ ਸਮਝ ਕੇ ਮੰਨਦੇ ਹਨ, ਉਹ ਉਹਨਾਂ ਨੂੰ ਸੁਨੇਹਾ ਦੇਣ, ਬੀਬੀ ਰਣਜੀਤ ਕੌਰ ਜੀ ਉਹਨਾਂ ਸੰਗਤਾਂ ਨੂੰ ਸੁਨੇਹਾ ਦੇਣ ਕਿ ਸਾਨੂੰ 10 ਗੁਰੂ ਸਾਹਿਬਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ 10 ਗੁਰੂ ਸਾਹਿਬਾਨਾਂ ਦੇ ਜੀਵਨ ਤੋਂ ਜੋ ਸਿੱਖਿਆ ਮਿਲਦੀ ਹੈ, ਇਸ ਤੋਂ ਛੁੱਟ ਹੋਰ ਕਿਸੇ ਵੀ ਵਿਅਕਤੀ, ਹੋਰ ਕਿਸੇ ਵੀ ਤਰ੍ਹਾਂ ਦੇ ਸੈਕਟ ਉੱਤੇ ਭਰੋਸਾ ਨਹੀਂ ਕਰਨਾ। ਜੇ ਉਹ ਐਸਾ ਕਰਦੇ ਹਨ ਤਾਂ ਮੈਨੂੰ ਸਮਝਦਾ ਹੈ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਸਿੱਖ ਕੌਮ ਵਿੱਚ ਸਵਾਗਤ ਕਰਨਾ ਚਾਹੀਦਾ ਹੈ ਕਿ ਜੀ ਆਇਆਂ ਨੂੰ। ਪਰ ਜੇ ਉਹ ਨਹੀਂ ਕਰਦੇ ਹਨ ਤਾਂ ਇੱਥੋਂ ਸਪਸ਼ਟ ਹੈ ਕਿ ਹੁਣੇ ਕੇਵਲ ਮੈਂ ਪ੍ਰਧਾਨਗੀ ਲਈ ਜਿਹੜਾ ਹੈ ਇੱਕ ਬਾਣਾ ਪਾ ਲਿਆ, ਜਿਸ ਨੂੰ ਕਹਿੰਦੇ ਨੇ ਕਿ ਜੀ ਬਾਹਰ ਭੇਖ ਅੰਤਰ ਮਲ ਮਾਇਆ, ਛਪਸ ਨਾਹੇ ਕਛ ਕਰੈ ਛਪਾਇਆ, ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸਵਾਨ। ਲੋਭ ਰੂਪੀ ਕੁੱਤਾ ਅੰਦਰੋਂ ਦੀ ਭੌਂਕ ਰਿਹਾ ਹੈ ਕਿ ਤੈਨੂੰ ਉਸ ਗੱਦੀ ਤੱਕ ਪੁੱਜਣਾ ਹੈ। ਉਸ ਗੱਦੀ ਤੱਕ ਪੁੱਜਣ ਲਈ ਤੈਨੂੰ ਕੁਛ ਵੀ ਕਰਨਾ ਪਏ, ਤੈਨੂੰ ਹੀ ਗਾਤਰਾ ਪਾਣਾ ਪਏ ਪਾ ਲਈ, ਤੈਨੂੰ ਹੋਰ ਕੋਈ ਨੁਟੰਕੀ ਕਰਨੀ ਹੋਏ ਕਰ ਲਈ। ਜੇ ਇਹ ਬੀਬੀ ਸਿੱਖ ਕੌਮ ਦਾ ਪ੍ਰਚਾਰ ਨਹੀਂ ਸ਼ੁਰੂ ਕਰਦੇ ਤਾਂ ਸਮਝ ਲਿਆ ਜੇ ਉਹ ਜਿੱਦਾਂ ਕਹਿੰਦੇ ਨਾ ਬਾਹਰ ਪੇ ਛਪਸ ਨਾਹੇ ਕਛੂ ਕਰੈ ਛਪਾਇਆ, ਜਿੰਨਾ ਮਰਜੀ ਆਪਣੇ ਆਪ ਨੂੰ ਉਸ ਭੇਖ ਦੇ ਪਿੱਛੇ ਛੁਪਾ ਲੈਣ, ਸਿੱਖ ਕੌਮ ਦੀ ਨਜ਼ਰਾਂ ਤੋਂ ਇਹ ਨਹੀਂ ਛੁਪ ਸਕਦੇ। ਜੀ ਇਹ ਗੱਲ ਤੁਸੀਂ ਬੜੀ ਅੱਛੀ ਹੈਗੀ ਕਿ ਜਿੰਨਾ ਮਰਜ਼ੀ ਉਹ ਕੋਸ਼ਿਸ਼ ਕਰ ਲੈਣ, ਗੁਰਬਾਣੀ ਦੇ ਚਾਨਣ ਵਿੱਚ ਛੁਪਾ ਨਹੀਂ ਸਕਦੇ। ਪਰ ਵੇਖਣ ਦੇ ਵਿੱਚ ਇਹ ਆ ਰਿਹਾ ਹੈ ਕਿ ਸਾਡੇ ਆਪਣੇ ਲੀਡਰ ਜਿਹੜੀਆਂ ਪਾਰਟੀਆਂ ਨੇ ਇਲੈਕਸ਼ਨ ਕੰਟੈਸਟ ਕਰਦੇ ਨੇ, ਜਿਹੜੇ ਇੰਨੀਆਂ ਲੰਮੀਆਂ ਚੌੜੀਆਂ ਜਿਨ੍ਹਾਂ ਦੀ ਉਹਨਾਂ ਦੇ ਅੰਦਰ ਲੋਕ ਕੰਮ ਕਰ ਰਹੇ ਨੇ, ਜੁੜੇ ਹੋਏ ਨੇ, ਉਹਨਾਂ ਨੂੰ ਤੇ ਇਹ ਸਾਹਮਣੇ ਸਪਸ਼ਟ ਨਜ਼ਰ ਆ ਜਾਣਾ ਚਾਹੀਦਾ ਸੀਗਾ ਕਿ ਇਹ ਜਿਹੜੇ ਲੋਕ ਨੇ, ਜਿਹੜੀ ਬੀਬੀ ਹੈ ਇੱਕ ਗੈਰ ਸਿੱਖ ਹੈ, ਔਰ ਅਸੀਂ ਉਹਨਾਂ ਨੂੰ ਆਪਣੀ ਕਮਾਨ ਅਸੀਂ ਕਿਸ ਤਰ੍ਹਾਂ ਦੇ ਸਕਦੇ ਹਾਂ। ਅਸੀਂ ਬਾਰ-ਬਾਰ ਆਪਣੇ ਕਿਉਂਕਿ ਇਹਨਾਂ ਨੇ ਸਾਡੇ ਤੇ ਇਲਜ਼ਾਮ ਲਗਾਇਆ ਹੋਵੇ ਕਿ ਅਸੀਂ ਇਹ ਝੂਠਾ ਇਲਜ਼ਾਮ ਲਗਾ ਰਹੇ ਹਾਂ, ਔਰ ਇਹ ਸਬੂਤ ਤੁਹਾਡੇ ਸਾਹਮਣੇ ਮੌਜੂਦ ਨੇ। ਇਹਨਾਂ ਦੀ ਅਰਦਾਸ ਵੀ ਤੁਹਾਡੇ ਸਾਹਮਣੇ ਸਕਰੀਨ ਤੇ ਵੇ ਆਈ ਹੋਏ ਨੇ, ਔਰ ਉਸ ਤੋਂ ਬਾਅਦ ਇਹ ਜਿਹੜੀਆਂ ਪਿਕਚਰਸ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ, ਇਹ ਵੀ ਤੁਸੀਂ ਦੇਖ ਸਕਦੇ ਹੋ। ਇੱਥੋਂ ਤੁਹਾਨੂੰ ਕਲੀਅਰਲੀ ਸਪਸ਼ਟ ਹੋ ਸਕਦਾ ਹੈ ਜਾਂ ਤੇ ਬੀਬੀ ਜੀ ਆਪਣਾ ਇਹ ਸਪਸ਼ਟੀਕਰਨ ਦੇਣ ਕਿ ਇਹ ਪਿਕਚਰਾਂ ਜਿਹੜੇ ਇਹ ਝੂਠ ਨੇ। ਅਸੀਂ ਉਹਨਾਂ ਨੂੰ ਵੀ ਖੁੱਲਾ ਸੱਦਾ ਦਿੰਦੇ ਹਾਂ ਕਿ ਸਾਡੇ ਨਾਲ ਆ ਕੇ ਜੋ ਵੀ ਉਹ ਕਹਿਣਾ ਚਾਹੁੰਦੇ ਨੇ ਉਹ ਆਪਣੀ ਗੱਲ ਰੱਖ ਸਕਦੇ ਨੇ। ਅਸੀਂ ਅੱਗੇ ਚੱਲੀਏ ਵੀਰ ਜੀ, ਕੁਲਜੀਤ ਵੀਰ ਜੀ, ਜਿਹੜਾ ਦਿੱਲੀ ਐਕਟ ਹੈ ਉਸ ਅਕੋਰਡਿੰਗਲੀ ਸਾਡਾ ਵੋਟਰ ਕੌਣ ਹੋ ਸਕਦਾ ਵੇ? ਤੁਸੀਂ ਜਿਹੜੀ ਗੱਲ ਕੀਤੀ ਸੀ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਖੋਲ ਕੇ ਦੱਸ ਦਿਓ ਕਿ ਵੋਟਰ ਕੌਣ ਹੋ ਸਕਦਾ ਵੇ ਸ਼ਾਰਟ ਦੇ ਵਿੱਚ, ਤੇ ਜਿਹੜਾ ਜਿਹਨੇ ਕੰਟੈਸਟ ਕਰਨਾ ਵੇ ਉਹ ਕਿਵੇਂ ਦਾ ਹੋਣਾ ਚਾਹੀਦਾ ਵੇ। ਅਗਰ ਉਹ ਨਹੀਂ ਹੈਗਾ ਤਾਂ ਵੀ ਅਸੀਂ ਉਹਨਾਂ ਨੂੰ ਵੋਟ ਕਿਉਂ ਦੇ ਰਹੇ ਹਾਂ, ਤੇ ਜੇਕਰ ਇੱਕ ਵੋਟ ਦੇਣ ਦਾ ਅਧਿਕਾਰ ਸਿਰਫ ਸਿੱਖ ਨੂੰ ਹੈ ਤੇ ਫਿਰ ਉਹ ਗੈਰ ਸਿੱਖ, ਉਹ ਭਾਵੇਂ ਉੱਤੋਂ ਦੇਖਣ ਵਿੱਚ ਸਿੱਖ ਹੋਵੇ, ਉਹ ਕਿਵੇਂ VOTING ਕਰ ਸਕਦਾ ਵੇ, ਕਿਵੇਂ ਇਲੈਕਸ਼ਨ ਲੜ ਸਕਦਾ ਵੇ? ਜੀ ਕੁਲਜੀਤ ਵੀਰ ਜੀ। ਜੀ ਸਭ ਤੋਂ ਪਹਿਲੇ ਤੇ ਸਾਨੂੰ ਆਪਣੇ ਪੂਰੇ ਦੇ ਪੂਰੇ ਪ੍ਰੋਸੈਸ ਨੂੰ ਸਮਝਣਾ ਪਏਗਾ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਇੱਕ ਰਿਲੀਜੀਅਸ ਬੋਡੀ ਹੈ। ਅੱਜ ਇਸ ਨੂੰ ਰਿਲੀਜੀਅਸ ਨਾ ਕਰਕੇ ਪੋਲੀਟੀਕਲ ਔਰ ਇੱਕ ਬਿਜ਼ਨਸ ਦਾ ਪਲੇਟਫਾਰਮ ਬਣਾ ਦਿੱਤਾ ਗਿਆ ਹੈ। ਪਿਛਲੇ 15-20 ਸਾਲਾਂ ਦੇ ਵਿੱਚ ਜਦੋਂ ਇਹ ਐਕਟ ਬਣਿਆ ਸੀਗਾ, ਐਕਟ ਵਾਸ ਵੈਰੀ ਕਲੀਅਰ, ਕ੍ਰਿਸਟਲ ਕਲੀਅਰ ਐਕਟ। ਔਰ ਅਗਰ ਐਕਟ ਤੋਂ ਪਹਿਲੇ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਇੱਕ ਰੈਜ਼ੋਲੂਸ਼ਨ ਸੀਗਾ, ਜੋ ਇੱਕ ਸੁਸਾਇਟੀ ਐਕਟ ਦੇ ਵਿੱਚ ਰੂਲਸ ਰੈਗੂਲੇਸ਼ਨ ਬਣੇ ਸੀ, ਉਹ ਬੜੇ ਸਿੰਪਲ ਸਨ, ਬਿਕੋਜ਼ ਉਹ ਬੜਾ ਸਿੰਪਲ ਟਾਈਮ ਸੀਗਾ। ਉਹ ਟਾਈਮ ਸੀਗਾ ਸਿਲੈਕਸ਼ਨ ਦਾ। ਬਟ ਪਿਛਲੇ 15-20 ਸਾਲਾਂ ਦੇ ਵਿੱਚ 30 ਸਾਲਾਂ ਦੇ ਵਿੱਚ ਸਿਲੈਕਸ਼ਨ ਹਟਾ ਕੇ ਇਲੈਕਸ਼ਨ ਪਾਇਆ ਗਿਆ। ਨੰਬਰ 2, ਜਿਹੜਾ ਵੋਟਰ ਹੈਗਾ ਉਹਦੀ ਜਿਹੜੀ ਡੈਫੀਨੇਸ਼ਨ ਹੈ ਬੜੀ ਕਲੀਅਰ ਡੈਫੀਨੇਸ਼ਨ ਹੈ ਕਿ ਸਭ ਤੋਂ ਪਹਿਲੇ ਉਹ ਸਿੱਖ ਹੋਣਾ ਚਾਹੀਦਾ ਹੈ। ਅਗਰ ਸਿੱਖ ਦੀ ਡੈਫੀਨੇਸ਼ਨ ਅਸੀਂ ਪੜ੍ਹਨੇ ਆ, ਹੋਰ
in consonance with section 8 ਵੋਟਰ ਤੇ 80% ਵੋਟਰ ਵੈਸੇ ਹੀ ਚਲੇ ਜਾਣਗੇ ਕਿਉਂਕਿ ਮੈਜੋਰਿਟੀ ਦਿੱਲੀ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਯੰਗਸਟਰ ਪਤਿਤ ਹੈਗਾ ਬਟ ਹੁਣ ਇਲੈਕਸ਼ਨ ਆਉਣ ਵਾਲੇ ਨੇ ਉਹਨੂੰ ਦਾੜੀਆਂ ਵਧਾਣਗੇ ਕਿਉਂਕਿ ਵੋਟ ਪਾਣਾ ਹੈ ਮੈਜੋਰਿਟੀ ਲੇਡੀਜ਼ ਆਈਬ੍ਰੋਜ਼ ਬਣਾਉਂਦੀਆਂ ਨੇ ਵੈਕਸਿੰਗ ਕਰਦੀਆਂ ਨੇ ਐਸ ਪਰ ਐਕਟ ਉਹ ਬਾਰਡ ਹੈ ਉਹ ਵੋਟ ਕਾਸਟ ਨਹੀਂ ਕਰ ਸਕਦੇ ਮੈਜੋਰਿਟੀ ਦੇ ਵਿੱਚ ਅਸੀਂ ਲਿਕਰ ਕੰਜ਼ਿਊਮ ਕਰਦੇ ਆ ਇਹ ਸਾਡੀ ਆਪਣੀ ਇਮਾਨਦਾਰੀ ਨੇ ਅਸੀਂ ਕਰ ਕੀ ਰਹੇ ਹਾਂ ਜੀ ਅਗਰ ਦਿੱਲੀ ਦੇ ਇਹ ਜਿਹੜਾ ਸਾਰਾ ਸਿਸਟਮ ਹੈ ਉਹ ਵੋਟਾਂ ਵਾਸਤੇ ਖੇਡਿਆ ਜਾ ਰਿਹਾ ਹੈ ਅਸੀਂ ਜਾਣੇ ਕਿ ਮਨ ਜਾਣਤ ਸਭ ਬਾਤ ਜਾਣਤ ਹੀ ਅਵਗੁਣ ਕਰੇ ਵਾਲਾ ਜੋ ਵਿਚਾਰ ਹੈ ਗੁਰੂ ਸਾਹਿਬ ਦਾ ਉਹ ਸਾਡੇ ਤੇ ਇਵਨ ਪਿਛਲੇ ਇਲੈਕਸ਼ਨ ਦੇ ਵਿੱਚ ਐਕਸਪੀਰੀਅੰਸ ਐਸਾ ਹੋਇਆ ਸੀਗਾ ਕਿ ਕੈਂਡੀਡੇਟ ਦੇ ਨੋਮੀਨੇਸ਼ਨ ਫਾਰਮ ਦੇ ਵਿੱਚ ਐਫੀਡੇਵਿਟ ਦੇ ਵਿੱਚ ਲਿਖਿਆ ਅੰਮ੍ਰਿਤਧਾਰੀ ਹੈ ਲੇਕਿਨ ਕਿਰਪਾਨ ਹੀ ਨਹੀਂ ਸੀਗੀ ਉਹਦੇ ਕੋਲ ਅੱਛਾ ਕਿਉਂਕਿ ਸਾਰਾ ਡਾਕੂਮੈਂਟਡ ਹੈਗਾ ਪਰਸਨਲ ਲੈਵਲ ਦੇ ਵਿੱਚ ਕੀ ਹੈ ਬਿਹਤਰ ਸਾਰੇ ਜਾਣਦੇ ਨੇ ਜੀ ਅਗਰ ਦਿੱਲੀ ਦੀ ਪ੍ਰੋਪਰ ਵੋਟਿੰਗ ਕਰਾਈ ਜਾਏ ਦਿੱਲੀ ਦੇ ਅਗਰ ਪ੍ਰੋਪਰ ਵੋਟਸ ਨੂੰ ਪ੍ਰੋਪਰਲੀ ਐਸ ਪਰ ਐਕਟ ਔਰ ਐਸ ਪਰ ਸਾਡੀ ਰਹਿਤ ਮਰਿਆਦਾ ਕਰਾਇਆ ਜਾਏ ਮੇਰੇ ਖਿਆਲ 25-50 ਹਜ਼ਾਰ ਤੋਂ ਉੱਪਰ ਵੋਟਰ ਨਹੀਂ ਮਿਲਣਗੇ ਤੁਹਾਨੂੰ ਕਿਸੇ ਨਾ ਕਿਸੇ ਸੈਗਮੈਂਟ ਵਿੱਚ ਵੋਟਰ ਨਿਕਲ ਜਾਣਗੇ ਸੋ ਬੇਸਿਕਲੀ ਵੇਖਿਆ ਜਾਵੇ ਤਾਂ ਜਿਹੜੀ ਸਾਡੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ ਰਾਈਟ ਫਰਮ ਦੀ ਬਿਗਨਿੰਗ ਅਸੀਂ ਹਰ ਵੇਲੇ ਇਨ ਨਾਟ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਭਾਵੇਂ ਆਲ ਓਵਰ ਇੰਡੀਆ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਵੇ ਸ਼੍ਰੋਮਣੀ ਹੋਵੇ ਜਾਂ ਨੰਦੇੜ ਦੀ ਸਾਹਿਬ ਦੀ ਕਮੇਟੀ ਹੋਵੇ ਕਿੱਧਰ ਦੇ ਪਾਸੇ ਦੀ ਵੀ ਹੋਵੇ ਇਹ ਸਾਰੇ ਦੇ ਸਾਰਿਆਂ ਨੇ ਇੱਕ ਧਰਮ ਪ੍ਰਚਾਰਕ ਜਿਹੜਾ ਮਹਿਕਮਾ ਬਣਾਇਆ ਹੋਵੇ ਜਿਸ ਮਹਿਕਮੇ ਨੂੰ ਕੋਈ ਨਾ ਕੋਈ ਬੰਦਾ ਲੀਡ ਕਰਦਾ ਹੋਵੇ ਔਰ ਉਹ ਜਿਹੜਾ ਧਰਮ ਪ੍ਰਚਾਰਕ ਮਹਿਕਮੇ ਨੂੰ ਲੀਡ ਕਰਦਾ ਹੋਵੇ ਅਗਰ ਉਹ ਰਹਿਤ ਨਾਮੇ ਨੂੰ ਹਾਲੇ ਤੱਕ ਆਪਣੇ ਨਹੀਂ ਸਮਝ ਸਕਿਆ ਜਾਂ ਸਮਝਾ ਸਕਿਆ ਤਾਂ ਫਿਰ ਇਹੋ ਜਿਹੇ ਪ੍ਰਚਾਰਕਾਂ ਦਾ ਸਾਨੂੰ ਕੀ ਲਾਭ ਇਹ ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਕਿ ਗੈਰ ਸਿੱਖ ਨੇ ਉਹ ਸਾਡੇ ਅੰਦਰ ਧੜੱਲੇ ਦੇ ਨਾਲ ਵੜਦੇ ਜਾ ਰਹੇ ਨੇ ਪਹਿਲਾਂ ਰਾਸ਼ਟਰੀ ਸਵੈ ਸੇਵਕ ਨੂੰ ਰਾਸ਼ਟਰੀ ਸਿੱਖ ਸੰਗਤ ਕਰਕੇ ਵੜਿਆ ਹੁਣ ਇਹ ਜਿਹੜਾ ਨਾਮਧਾਰੀ ਕਰਕੇ ਇੱਕ ਬੈਕਡੋਰ ਐਂਟਰੀ ਦਿੱਤੀ ਗਈ ਹੈ ਔਰ ਇਹ ਸਾਡੇ ਅੰਦਰ ਜਿਹੜੇ ਹੈਗੇ ਨੇ ਤਕਰੀਬਨ ਐਂਟਰ ਕਰ ਚੁੱਕੇ ਨੇ ਦਰਵਾਜ਼ੇ ਤੇ ਖੜੇ ਨੇ ਗੁਰਦੁਆਰੇ ਦੇ ਦੁਆਰ ਤੱਕ ਇਹ ਲੋਕ ਪਹੁੰਚ ਚੁੱਕੇ ਨੇ ਜੇਕਰ ਅਸੀਂ ਸੁਚੇਤ ਨਾ ਹੋਏ ਤਾਂ ਇਹ ਬੜੀ ਆਸਾਨੀ ਦੇ ਨਾਲ ਅੰਦਰ ਐਂਟਰ ਕਰ ਜਾਣਗੇ ਔਰ ਇੱਕ ਵਾਰੀ ਇਹਨਾਂ ਨੇ ਅੰਦਰ ਐਂਟਰ ਕਰ ਲਿਆ ਤਾਂ ਫਿਰ ਇਹਨਾਂ ਨੂੰ ਬਾਹਰ ਤੱਕਣਾ ਬਹੁਤ ਮੁਸ਼ਕਲ ਹੋ ਜਾਵੇਗਾ ਇੰਪੋਸੀਬਲ ਨਹੀਂ ਹੈ ਲੇਕਿਨ ਮੁਸ਼ਕਲ ਥੋੜਾ ਜਿਹਾ ਜ਼ਰੂਰ ਹੋ ਜਾਵੇਗਾ ਸੁਚੇਤ ਸਾਨੂੰ ਹੁਣੇ ਹੀ ਹੋਣਾ ਪਏਗਾ ਸਬੂਤ ਅਸੀਂ ਤੁਹਾਡੇ ਸਾਹਮਣੇ ਸਾਰੇ ਰੱਖੇ ਨੇ ਹਰ ਸਬੂਤ ਇਸ਼ਾਰਾ ਕਰ ਰਿਹਾ ਵੇ ਕਿ ਜੋ ਇਹ ਬੀਬੀ ਦਾ ਕਿਰਦਾਰ ਔਰ ਜੋ ਇਹ ਬੀਬੀ ਦਾ ਜੋ ਇਹਨਾਂ ਦਾ ਸੀਗਾ ਰਹਿਣਾ ਪੈਣਾ ਹਰ ਸਬੂਤ ਸੰਕੇਤ ਕਰਦਾ ਪਿਆ ਵੇ ਕਿ ਉਹ ਨਾਮਧਾਰੀ ਨੇ ਔਰ ਨਾਮਧਾਰੀ ਆਪਣੇ ਆਪ ਨੂੰ ਸਿੱਖੀ ਤੋਂ ਜੁਦਾ ਮੰਨਦੇ ਨੇ ਅਲੱਗਾ ਮੰਨਦੇ ਨੇ ਔਰ ਇਹਨਾਂ ਦੇ ਗੁਰੂ ਨੇ ਉਹ ਅਲੱਗਾ ਨੇ ਇਹਨਾਂ ਦਾ ਸੋਚਣਾ ਰਹਿਣਾ ਖਾਣਾ ਪੀਣਾ ਦਾ ਤਰੀਕਾ ਵੀ ਜਿਹੜਾ ਹੈਗਾ ਵੇ ਸਿੱਖਾਂ ਤੋਂ ਅਲੱਗਾ ਵੇ ਸੋ ਇਹਨਾਂ ਨੂੰ ਅਸੀਂ ਆਪਣੀ ਕਮਾਨ ਕਿਵੇਂ ਦੇ ਸਕਦੇ ਹਾਂ ਇਹ ਲੋਕ ਸਾਨੂੰ ਕਿਵੇਂ ਲੀਡ ਕਰ ਸਕਦੇ ਨੇ ਜਦੋਂ ਅਸੀਂ ਇਹ ਗੱਲ ਕਰਨੇ ਆ ਤਾਂ ਇਹ ਸਾਨੂੰ ਕਹਿੰਦੇ ਨੇ ਕਿ ਅਸੀਂ ਇਲਜ਼ਾਮ ਲਗਾ ਰਹੇ ਹਾਂ ਜੇਕਰ ਅਸੀਂ ਨਾ ਬੋਲੀਏ ਤਾਂ ਇਹ ਆਪਣਾ ਕੰਮ ਚੁੱਪ ਚੁਪੀਤੇ ਕਰਦੇ ਜਾ ਰਹੇ ਨੇ ਵੀਰ ਜੀ ਅਖੀਰ ਦੇ ਵਿੱਚ ਇੱਕ ਮਿੰਟ ਤੁਹਾਡੇ ਦੋਵਾਂ ਤੋਂ ਲਵਾਂਗਾ ਔਰ ਮੈਂ ਜਾਣਨਾ ਚਾਹਾਂਗਾ ਕਿ ਕੀ ਅਸੀਂ ਇਹਨਾਂ ਨੂੰ ਰੋਕ ਸਕਦੇ ਹਾਂ ਤੇ ਕਿਸ ਤਰ੍ਹਾਂ ਰੋਕ ਸਕਦੇ ਹਾਂ ਸਾਨੂੰ ਕੁਇਕ ਐਕਸ਼ਨ ਕਿਹੜੇ ਲੈਣੇ ਚਾਹੀਦੇ ਨੇ ਸੋਲੂਸ਼ਨ ਕੀ ਹੋ ਸਕਦੇ ਨੇ ਕਿਉਂਕਿ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਇਹ ਇੱਕ ਗੈਰ ਸਿੱਖ ਸੰਪਰਦਾ ਵੇ ਜੋ ਸਾਡੇ ਸਿੱਖਾਂ ਦੇ ਵਿੱਚ ਐਂਟਰ ਕਰ ਰਹੀ ਹੈ ਉੱਤੋਂ ਭਾਵੇਂ ਜਿਵੇਂ ਤੁਸੀਂ ਕੰਵਰਪਾਲ ਵੀਰ ਜੀ ਤੁਸੀਂ ਕਿਹਾ ਕਿ ਉਹ ਸ਼ਾਇਦ ਉੱਤੋਂ ਗਾਤਰਾ ਵੀ ਪਾਲਣ ਜਾਂ ਹੋਰ ਵੀ ਕੰਮ ਕਰ ਰਹੇ ਦਿਖਾਉਣ ਵਾਸਤੇ ਕਿ ਅਸੀਂ ਸਿੱਖਾਂ ਪਰ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਉਹ ਵੀ ਚੰਗੀ ਤਰ੍ਹਾਂ ਜਾਣਦੇ ਨੇ ਮਨ ਜਾਣਤ ਸਭ ਬਾਤ ਜਾਣਤ ਹੀ ਅਵਗੁਣ ਕਰੇ ਇਹ ਗੱਲ ਸਾਨੂੰ ਬੜੀ ਚੰਗੀ ਤਰ੍ਹਾਂ ਸਮਝ ਆਉਂਦੀ ਹੈ ਸੋ 2 ਮਿੰਟ ਵਿੱਚ ਅਗਰ ਤੁਸੀਂ ਵੀਰ ਜੀ ਆਪਣੀ ਮੁਖਤਸਰ ਗੱਲ ਰੱਖੋ ਤੇ ਫਿਰ ਅਸੀਂ ਐਂਡ ਦੇ ਸੈਸ਼ਨ ਵੱਲ ਚਲੀਏ ਜੀ ਕੰਵਰਪਾਲ ਜੀ ਵੀਰ ਜੀ ਦੇਖੋ ਸਭ ਤੋਂ ਪਹਿਲਾਂ ਤੇ ਅਸੀਂ ਇਹ ਕਲੀਅਰ ਕਰ ਦਈਏ ਵੋਟਰ ਦੇ ਮਨ ਵਿੱਚ ਵੀ ਤੇ ਵੋਟ ਲੈਣ ਵਾਲੇ ਦੇ ਮਨ ਵਿੱਚ ਵੀ ਕਿ ਅਸਲ ਵਿੱਚ ਉਹ ਜਿਹੜਾ ਕੈਂਡੀਡੇਟ ਲੜ ਰਿਹਾ ਹੈ ਜੀ ਕਿਸ ਵਾਸਤੇ ਆਇਆ ਹੈ ਸਿਰਫ ਸਿੱਖੀ ਦੇ ਪ੍ਰਚਾਰ ਵਾਸਤੇ ਜੋ ਉਹਦਾ ਬੇਸ ਹੈ ਉਹ ਇਹ ਹੈ ਸਿੱਖੀ ਦਾ ਪ੍ਰਚਾਰ ਪੂਰੀ ਦੁਨੀਆ ਵਿੱਚ ਕਿਸ ਤਰ੍ਹਾਂ ਹੋ ਸਕੇ ਜਦੋਂ ਤੱਕ ਵੋਟਰ ਦੇ ਦਿਮਾਗ ਵਿੱਚ ਇਹ ਗੱਲ ਨਹੀਂ ਆਵੇਗੀ ਵੋਟਰ ਕਦੇ ਕਿਸੇ ਲਾਲਚ ਵਿੱਚ ਆ ਕੇ ਵੋਟ ਪਾ ਦਿੰਦਾ ਹੈ ਕਦੇ ਉਸਦੇ ਉਹ ਬਿਰਾਦਰੀ ਵਾਲਾ ਹੁੰਦਾ ਹੈ ਤਾਂ ਵੋਟ ਪਾ ਦਿੰਦਾ ਹੈ ਕਦੇ ਉਹ ਉਸਦਾ ਜਾਣਨ ਵਾਲਾ ਹੁੰਦਾ ਕਿ ਕੱਲ ਨੂੰ ਉਹਦੀਆਂ ਘਰ ਦੇ ਕਿਸੇ ਮੈਂਬਰ ਦੀ ਸਕੂਲ ਵਿੱਚ ਜਿਹੜੀ ਹੈ ਨੌਕਰੀ ਲਗਵਾ ਦੇਗਾ ਕੋਈ ਬੱਚਿਆਂ ਦੀ ਫੀਸ ਮਾਫ ਕਰਵਾ ਦੇਗਾ ਸਭ ਤੋਂ ਪਹਿਲਾਂ ਅਸੀਂ ਇਹ ਦੇਖੀਏ ਕਿ ਸਿੱਖੀ ਦੇ ਪ੍ਰਚਾਰ ਵਾਸਤੇ ਉਹ ਬੰਦਾ ਕਾਬਲ ਤੇ ਲਾਇਲ ਹੈ ਵੀ ਕਿ ਨਹੀਂ ਹੈ ਇਹ ਦੋ ਚੀਜ਼ਾਂ ਕਿਵੇਂ ਆਵਾਂਗੀਆਂ ਵੱਧ ਤੋਂ ਵੱਧ ਸਾਨੂੰ ਗੁਰਬਾਣੀ ਦਾ ਪ੍ਰਚਾਰ ਵੱਧ ਤੋਂ ਵੱਧ ਸਿੱਖ ਰਹਿਤ ਮਰਿਆਦਾ ਦਾ ਪ੍ਰਚਾਰ ਜੋ ਕਿ ਫ੍ਰੀ ਮਿਲਦੀ ਹੈ ਤੇ ਮੈਨੂੰ ਲੱਗਦਾ ਹੈ
ਕਿ ਜਿਹੜਾ ਵੀ ਕੈਂਡੀਡੇਟ ਹੋਵੇ ਉਸ ਦੀ ਇਹ ਇੱਕ ਕੰਡੀਸ਼ਨ ਇਹਨਾਂ ਨੂੰ ਐਡ ਕਰ ਦੇਣੀ ਚਾਹੀਦੀ ਹੈ ਕਿ ਉਹ ਸਿੱਖ ਰਹਿਤ ਮਰਿਆਦਾ ਨੂੰ ਆਪਣੇ ਜੀਵਨ ਦਾ ਜਿੱਥੇ ਆਧਾਰ ਬਣਾਵੇ, ਉੱਥੇ ਹੀ ਇਹ ਸਹੁੰ ਖਾਏ ਜਿਸ ਵਕਤ ਆਉਂਦੇ ਨੇ ਕਿ ਬਈ ਸਾਨੂੰ ਅਸੀਂ ਸਿੱਖ ਰਹਿਤ ਮਰਿਆਦਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਚਾਰ ਪ੍ਰਸਾਰ ਲਈ ਆਪਣੀ ਮਤਲਬ ਜਿਹੜਾ ਹੈ ਜੀਵਨ ਲਾ ਦੇਾਂਗੇ। ਜੇ ਨਹੀਂ ਤਾਂ ਮੈਨੂੰ ਨਹੀਂ ਲੱਗਦਾ ਇਹੋ ਜਿਹੀਆਂ ਕਈ ਡਿਸਕਸ਼ਨਸ ਕਾਫੀ ਕੁਝ ਹੋ ਜਾਏਗਾ ਤੇ ਆਖਿਰ ਵਿੱਚ ਹੋਏਗਾ ਕਿ ਵੋਟਿੰਗ ਤੋਂ ਇੱਕ ਦਿਨ ਪਹਿਲਾਂ ਘਰ ਵਿੱਚ ਸ਼ਰਾਬ ਦੀ ਬੋਤਲ ਪੁੱਜੇਗੀ ਜਾਂ ਘਰ ਵਿੱਚ ਕੋਈ ਹੋਰ ਐਸਾ ਲਾਲਚ ਪੁੱਜੇਗਾ ਤੇ ਜੀ ਵੋਟ ਜਿਹੜਾ ਹੈ ਕਦੀ ਘੰਟੀ ਵਾਲੇ ਚ ਪੈ ਜਾਏਗਾ ਤੇ ਕਦੀ ਕਿਸੇ ਹੋਰ ਵਾਲੇ ਚ ਪੈ ਜਾਏਗਾ। ਜੀ ਥੈਂਕ ਯੂ ਵੈਰੀ ਮਚ ਵੀਰ ਜੀ। ਕੁਲਜੀਤ ਵੀਰ ਜੀ, ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਜਿਹੜਾ ਗੈਰ ਸਿੱਖ ਹੈ, ਜੋ ਗੈਰ ਸਿੱਖ ਹੈ, ਕੀ ਉਹ ਵੋਟਿੰਗ ਕਰ ਸਕਦਾ ਵੇ ਜਾਂ ਇਲੈਕਸ਼ਨ ਲੜ ਸਕਦਾ ਵੇ ਭਾਵੇਂ ਉਹ ਦੇਖਣ ਨੂੰ ਸਿੱਖ ਹੋਵੇ? ਵੀਰ ਜੀ ਦੇਖੋ, ਇੱਕ ਐਸੀ ਪੁਆਇੰਟ ਦੇ ਉੱਪਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਰੇਟ ਫਾਈਲ ਹੋਈ ਸੀ ਅੱਜ ਤੋਂ ਕੁਝ ਸਾਲ ਪਹਿਲੇ ਕਿ ਸਹਿਜਧਾਰੀਆਂ ਨੂੰ ਵੋਟਿੰਗ ਰਾਈਟ ਦਿੱਤਾ ਜਾਏ ਜੀ। ਤੇ ਉਹ ਬਿਲਕੁਲ ਕਲੀਅਰਲੀ ਐਕਟ ਇਜ਼ ਵੈਰੀ ਕਲੀਅਰ ਕਿ ਸਹਿਜਧਾਰੀ ਨੂੰ ਵੋਟਿੰਗ ਰਾਈਟ ਨਹੀਂ ਦਿੱਤਾ ਸਕਦਾ। ਅਗਰ ਅੱਜ ਵੋਟਿੰਗ ਰਾਈਟ ਦਿੱਤਾ ਜਾਏਗਾ ਕੱਲ ਨੂੰ ਫਿਰ ਮੈਂਬਰ ਦੇ ਇਲੈਕਸ਼ਨ ਵੀ ਕੰਟੈਸਟ ਕਰਨਗੇ ਤੇ ਇਹ ਕਿਸੇ ਵੀ ਤਰ੍ਹਾਂ ਦਾ ਐਗਜ਼ਾਮਸ਼ਨ ਨਹੀਂ ਹੈ ਕਿ ਜਿਹੜਾ ਗੈਰ ਸਿੱਖ ਹੈਗਾ ਉਹ ਵੋਟ ਕਾਸਟ ਕਰ ਸਕੇ। ਤੁਸੀਂ ਕੀ ਇੱਕ ਗੈਰ ਸਿੱਖ ਇਲੈਕਸ਼ਨ ਲੜ ਸਕਦਾ ਵੇ ਜਾਂ ਇੱਕ ਗੈਰ ਸਿੱਖਾਂ ਦੇ ਇਲੈਕਸ਼ਨ ਦੇ ਵਿੱਚ ਵੋਟਿੰਗ ਦਾ ਅਧਿਕਾਰ ਰੱਖਦਾ ਵੇ ਕਿ ਨਹੀਂ ਰੱਖਦਾ? ਨਹੀਂ ਵੀਰ ਜੀ, ਗੈਰ ਸਿੱਖ ਨਾ ਤੇ ਇਲੈਕਸ਼ਨ ਲੜ ਸਕਦਾ ਹੈ ਨਾ ਉਹ ਵੋਟ ਪਾ ਸਕਦਾ ਹੈ। ਬਿਲਕੁਲ, ਤੇ ਇੱਥੋਂ ਬਿਲਕੁਲ ਗੱਲ ਸਪਸ਼ਟ ਹੈ। ਮੈਂ ਧੰਨਵਾਦ ਕਰਦਾ ਹਾਂ ਦੋਹਾਂ ਵੀਰਾਂ ਦਾ। ਗੱਲ ਪੂਰੀ ਸਪਸ਼ਟ ਹੈ ਕਿ ਜੋ ਵੀ ਸਿੱਖ ਨਹੀਂ ਹੈ, ਜੋ ਵੀ ਗੈਰ ਸਿੱਖ ਹੈ, ਉਹ ਸਿੱਖਾਂ ਦੀ ਲੀਡਰਸ਼ਿਪ ਦੀ ਕਮਾਨ ਨਹੀਂ ਲੈ ਸਕਦਾ, ਇਲੈਕਸ਼ਨ ਨਹੀਂ ਲੜ ਸਕਦਾ ਤੇ ਵੋਟ ਵੀ ਨਹੀਂ ਕਰ ਸਕਦਾ। ਇਹੀ ਜਿਸ ਤਰ੍ਹਾਂ ਕੁਲਜੀਤ ਵੀਰ ਜੀ ਨੇ ਆਖਿਆ ਵੇ ਕਿ ਹਰਿਆਣਾ ਦੇ ਵਿੱਚ ਇਹ ਕੋਸ਼ਿਸ਼ ਕੀਤੀ ਗਈ ਸੀ ਕਿ ਇੱਕ ਨੌਨ ਸਿੱਖ ਜਿਹੜੇ ਹੈਗੇ ਨੇ, ਜਿਹੜੇ ਸਹਿਜਧਾਰੀ ਨੇ, ਉਹਨਾਂ ਨੂੰ ਇਲੈਕਸ਼ਨ ਦਾ ਤੇ ਵੋਟਿੰਗ ਦਾ ਅਧਿਕਾਰ ਦਿੱਤਾ ਜਾਵੇ, ਪਰ ਉੱਥੇ ਰੋਕ ਲਾ ਗਿਆ। ਪਰ ਇੱਕ ਬੈਕ ਡੋਰ ਤੋਂ ਐਂਟਰੀ ਹੋਈ ਹੈ ਨਾਮਧਾਰੀ ਸੈਕਟ ਦੇ ਰਾਹੀਂ। ਨਾਮਧਾਰੀ ਵੀ ਗੈਰ ਸਿੱਖ ਨੇ, ਉਹ ਆਪਣੇ ਆਪ ਨੂੰ ਆਪਣੇ ਸਿੱਖ ਮਰਿਆਦਾ ਦੇ ਅਨੁਸਾਰ ਨਹੀਂ ਮੰਨਦੇ, ਇੱਕ ਅਲੱਗ ਐਕਟ ਮੰਨਦੇ ਨੇ, ਸੈਕਟ ਮੰਨਦੇ ਨੇ। ਤੇ ਜੇਕਰ ਉਹਨਾਂ ਨੂੰ ਇਹ ਅਧਿਕਾਰ ਮਿਲ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੂਰੇ ਦੇ ਪੂਰੀ ਤਰੀਕੇ ਨਾਲ ਮਨੁਮਾਤ ਸਾਡੇ ਅੰਦਰ ਐਂਟਰ ਹੋ ਜਾਵੇਗਾ। ਸੋ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਸਬੂਤ ਆਪ ਜੀ ਦੇ ਸਾਹਮਣੇ ਨੇ, ਸੁਝਾਅ ਵੀ ਆਪ ਜੀ ਦੇ ਸਾਹਮਣੇ ਨੇ। ਮੰਨਣਾ ਹੁਣ ਤੁਹਾਡੇ ਉੱਤੇ ਵੇ ਤੇ ਸਾਡੇ ਉੱਤੇ ਵੇ। ਇਸੇ ਤਰੀਕੇ ਨਾਲ ਅਸੀਂ ਜਿਹੜੇ ਹੋਰ ਅਹਿਮ ਮੁੱਦੇ ਨੇ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਵਾਂਗੇ। ਉਮੀਦ ਹੈ ਤੁਹਾਨੂੰ ਸਾਡੇ ਪ੍ਰੋਗਰਾਮ ਪਸੰਦ ਆਉਂਦੇ ਹੋਣਗੇ ਤੇ ਅਗਰ ਤੁਹਾਡਾ ਇਸ ਪ੍ਰੋਗਰਾਮ ਬਾਰੇ ਕੋਈ ਵੀ ਤੁਹਾਡਾ ਵਿਚਾਰ ਹੋਵੇ ਤਾਂ ਸਾਨੂੰ ਇਨਬਾਕਸ ਜ਼ਰੂਰ ਕਰਿਓ ਜਾਂ ਸਾਨੂੰ ਮੇਲ ਕਰਕੇ ਤੁਸੀਂ ਆਪਣੇ ਵਿਚਾਰਾਂ ਨਾਲ ਸਾਨੂੰ ਜਾਣੂ ਕਰਵਾ ਸਕਦੇ ਹੋ। ਅਗਲੇ ਅਹਿਮ ਮੁੱਦੇ ਤੇ ਤੁਹਾਡੇ ਨਾਲ ਫਿਰ ਅਸੀਂ ਮਿਲਾਂਗੇ। ਤਦ ਤੱਕ ਲਈ ਅਸੀਂ ਸਾਰਿਆਂ ਤੋਂ ਇਜਾਜ਼ਤ ਲੈਂਦੇ ਹਾਂ। ਸਤਿ ਸ਼੍ਰੀ ਅਕਾਲ।